ਜੀ ਦੋਸਤੋ ਤੇ ਮਿੱਤਰੋ, ਤੁਹਾਨੂੰ ਰਮਜ਼ਾਨ ਜੱਟ ਦਾ ਸਲਾਮ। ਅੱਜ ਬੰਦਾ ਨਚੀਜ਼ ਹਾਜ਼ਰ ਹੈ ਇੱਕ ਨਵੀਂ ਮਾਸ਼ਰਤੀ ਕਦਰ ਲੈ ਕੇ, ਇੱਕ ਨਵੀਂ ਗੱਲ ਲੈ ਕੇ। ਦੋਸਤੋ, ਅੱਜ ਦੀ ਗੱਲ ਜਿਹੜੀ ਹੈ ਇਹਦਾ ਤਾਲਕ ਸਾਡੇ ਮਾਸ਼ਰੇ ਦੇ ਵਿੱਚ ਇੱਕ ਬਹੁਤ ਬੜੀ ਹੈਸੀਅਤ ਰੱਖਦਾ ਹੈ। ਬਜ਼ੁਰਗਾਂ ਨੇ, ਅੱਲਾ ਆਲਿਆਂ ਨੇ, ਕੁਰਾਨ ਕਰੀਮ ਨੇ, ਅੱਲਾ ਰੱਬੁਲ ਇੱਜ਼ਤ ਨੇ ਇਹਦਾ ਸਾਨੂੰ ਬਕਾਇਦਾ ਹੁਕਮ ਦਿੱਤਾ ਹੈ। ਹਜ਼ੂਰ ਨਬੀ ਪਾਕ ਸੱਲੱਲਾਹੁ अलैहि वसल्लम ਦੀ ਜ਼ਾਤੇ ਮੁਕੱਦਸਾ ਦੀ, ਆਪ ਦੀ ਹਯਾਤ ਤੈਯਬਾ ਦੇ ਵਿੱਚ ਇਸ ਚੀਜ਼ ਦਾ ਸਾਨੂੰ ਬਹੁਤ ਬੜਾ ਦਰਸ ਮਿਲਦਾ ਹੈ ਕਿ ਆਪ ਜਿਸ ਮਾਸ਼ਰੇ ਦੇ ਵਿੱਚ ਪਲੇ ਬੜੇ, ਆਪ ਨੇ ਉਸ ਮਾਸ਼ਰੇ ਦੇ ਵਿੱਚ ਇਸ ਕਦਰ ਦਾ ਪ੍ਰਚਾਰ ਇਸ ਤਰ੍ਹਾਂ ਕੀਤਾ ਕਿ ਆਪ ਦੇ ਨਾਲ ਵੈਰ ਰੱਖਣ ਵਾਲੇ ਲੋਕ ਵੀ ਆਪ ਦੀ ਇਸ ਕਦਰ ਨੂੰ ਤਸਲੀਮ ਕਰਦੇ ਸਨ। ਦੋਸਤੋ, ਅੱਜ ਦੀ ਗੱਲ ਹੈ ਅਮਾਨਤ ਤੇ ਦਿਆਨਤ ਦੇ ਉੱਤੇ। ਇਸ ਅਮਾਨਤ ਬਾਰੇ ਅੱਲਾ ਰੱਬੁਲ ਇੱਜ਼ਤ ਸੂਰਹ ਨਿਸਾ ਦੀ ਆਇਤ ਨੰਬਰ 58 ਵਿੱਚ ਫਰਮਾਉਂਦੇ ਨੇ ਕਿ ਬੇਸ਼ੱਕ ਅੱਲਾ ਤੁਹਾਨੂੰ ਹੁਕਮ ਦਿੰਦਾ ਹੈ ਕਿ ਅਮਾਨਤਾਂ ਨੂੰ ਉਹਨਾਂ ਦੇ ਮਾਲਕਾਂ ਦੇ ਹਵਾਲੇ ਕਰੋ। ਹਜ਼ੂਰ ਨਬੀ ਪਾਕ ਸੱਲੱਲਾਹੁ अलैहि वसल्लम ਸਾਹਿਬ ਲੌਲਾਕ ਫਖਰੇ ਮੌਜੂਦਾਤ, ਆਪ ਦਾ ਫਰਮਾਉਣਾ ਹੈ ਕਿ ਜਿਹਨੂੰ ਅਮਾਨਤ ਦਾ ਪਾਸ ਨਹੀਂ ਉਹ ਅਮਾਨਤਦਾਰ ਨਹੀਂ, ਤੇ ਜਿਹਨੂੰ ਵਾਅਦੇ ਦਾ ਪਾਸ ਨਹੀਂ ਉਹਦੇ ਕੋਲ ਦੀਨ ਨਹੀਂ। ਦੋਸਤੋ, ਸੂਫੀਆ ਕਰਾਮ ਵੀ ਅਮਾਨਤ ਬਾਰੇ ਬੜੀ ਤਲਕੀਨ ਕਰਦੇ ਨੇ, ਬਲਕਿ ਉਹ ਜਿਹੜੀ ਅਮਾਨਤ ਦੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਅੱਲਾ ਰੱਬੁਲ ਇੱਜ਼ਤ ਨੇ ਇਸ਼ਕ ਔਰ ਮੁਹੱਬਤ ਦੀ ਜਿਹੜੀ ਅਮਾਨਤ ਹੈ ਉਹ ਅੱਲਾ ਰੱਬੁਲ ਇੱਜ਼ਤ ਨੇ ਜਦੋਂ ਪਹਾੜਾਂ ਤੇ ਜ਼ਮੀਨੋ ਅਸਮਾਨ ਤੇ ਨਾਜ਼ਲ ਕੀਤੀ। ਕੁਰਾਨ ਕਰੀਮ ਦੀ ਆਇਤ ਵੀ ਹੈ ਕਿ ਇੰਨਾ ਅੰਜ਼ਲਨਾ ਅਮਾਨਤੀ ਅਲਸ ਸਮਾਵਾਤੀ, ਅੱਲਾ ਰੱਬੁਲ ਇੱਜ਼ਤ ਨੇ ਆਪਣੀ ਅਮਾਨਤ ਨੂੰ ਜਦੋਂ ਨਾਜ਼ਲ ਕੀਤਾ ਤੇ ਜ਼ਮੀਨ ਆਸਮਾਨ ਪਹਾੜ ਹਰ ਚੀਜ਼ ਨੂੰ ਚੱਕਣ ਤੋਂ ਕਾਸਰ ਆ ਗਈ ਤੇ ਇਨਸਾਨ ਨੇ ਇਸ ਅਮਾਨਤ ਨੂੰ ਕਬੂਲ ਕੀਤਾ। ਸੂਫੀਆ ਕਰਾਮ ਦੇ ਬਾਰੇ ਚ ਗੱਲ ਕਰੀਏ ਤਾਂ ਸੂਫੀਆ ਕਰਾਮ ਵੀ ਅਮਾਨਤ ਬਾਰੇ ਬੜੀ ਤਲਕੀਨ ਕਰਦੇ ਨੇ, ਤੇ ਬਲਕਿ ਉਹ ਆਖਦੇ ਨੇ ਕਿ ਅੱਲਾ ਰੱਬੁਲ ਇੱਜ਼ਤ ਨੇ ਜਿਹੜੀ ਆਪਣੀ ਅਮਾਨਤ ਸੀ ਉਹ ਜ਼ਮੀਨਾਂ ਆਸਮਾਨਾਂ ਪਹਾੜਾਂ ਤੇ ਨਾਜ਼ਲ ਕੀਤੀ, ਹਰ ਸ਼ੈ ਨੂੰ ਚੱਕਣ ਤੋਂ ਕਾਸਰ ਆ ਗਈ ਤੇ ਇਨਸਾਨ ਨੇ ਉਸ ਅਮਾਨਤ ਨੂੰ ਕਬੂਲ ਕੀਤਾ। ਤੇ ਬਾਬਾ ਫਰੀਦ ਕੋਟ ਮਿੱਠੇ ਵਾਲੀ ਸਰਕਾਰ ਇਹਦੇ ਬਾਰੇ ਚ ਆਖਦੇ ਨੇ ਕਿ ਬਾਰ ਇਸ਼ਕ ਦਾ ਕਹੀਂ ਨਾ ਚਾਇਆ, ਕਰ ਕਰ ਉਜ਼ਰ ਬਹਾਨੇ, ਆਖ ਬਲਾ ਬਲਾ ਸਹੇੜੀ ਇਨਸਾਨੇ ਨਾਦਾਨੇ। ਸੂਫੀਆ ਕਰਾਮ ਫਰਮਾਉਂਦੇ ਨੇ ਕਿ ਅੱਲਾਹ ਤਾਲਾ ਦੀ ਤਰਫੋਂ ਇਨਸਾਨ ਨੂੰ ਜਿਹੜੀ ਜ਼ਿੰਦਗੀ ਮਿਲੀ ਹੈ ਔਰ ਇਹਦੇ ਜਿਹੜੇ ਆਜ਼ਾਦ ਨੇ ਇਹ ਸਾਰੇ ਅੱਲਾਹ ਰੱਬੁਲ ਇੱਜ਼ਤ ਦੀ ਤਰਫੋਂ ਬੰਦੇ ਵਾਸਤੇ ਅਮਾਨਤ ਨੇ। ਤੇ ਉਹਦੇ ਬਾਰੇ ਦੇ ਵਿੱਚ ਅੱਲਾਹ ਤਾਲਾ ਰੋਜ਼ੇ ਮਹਿਸ਼ਰ ਆਪਣੇ ਬੰਦੇ ਕੋਲੋਂ ਪੁੱਛੇਗਾ ਕਿ ਮੈਂ ਤੈਨੂੰ ਹੱਥ ਦਿੱਤੇ ਸਨ, ਤੂੰ ਇਹਨਾਂ ਦਾ ਕਿੱਦਾਂ ਦਾ ਇਸਤੇਮਾਲ ਕੀਤਾ। ਮੈਂ ਤੈਨੂੰ ਜ਼ੁਬਾਨ ਦਿੱਤੀ ਸੀ, ਤੂੰ ਇਹਦਾ ਕਿੱਦਾਂ ਦਾ ਇਸਤੇਮਾਲ ਕੀਤਾ। ਮੈਂ ਤੈਨੂੰ ਕੰਨ ਦਿੱਤੇ ਸਨ, ਤੂੰ ਇਹਨਾਂ ਦਾ ਕਿੱਦਾਂ ਦਾ ਇਸਤੇਮਾਲ ਕੀਤਾ। ਦੋਸਤੋ, ਇਹ ਅਮਾਨਤਦਾਰੀ ਐਸੀ ਬੜੀ ਚੀਜ਼ ਹੈ ਕਿ ਲੋਕਾਂ ਦੇ ਰਾਜ਼ ਵੀ ਅਮਾਨਤਾਂ ਹੁੰਦੇ ਨੇ। ਫਰਮਾਇਆ ਜਾਂਦਾ ਕਿ ਅਗਰ ਇੱਕ ਮਹਿਫਲ ਦੇ ਵਿੱਚ ਹੋਣ ਵਾਲੀਆਂ ਗੱਲਾਂ ਵੀ ਤੁਹਾਡੇ ਵਾਸਤੇ ਅਮਾਨਤ ਨੇ, ਕਿ ਤੁਸੀਂ ਜਦੋਂ ਉਸ ਮਹਿਫਲ ਤੋਂ ਉੱਠੋ ਇਹ ਨਾ ਹੋਵੇ ਕਿ ਤੁਸੀਂ ਇੱਥੇ ਦੀਆਂ ਗੱਲਾਂ ਉੱਥੇ ਤੇ ਉੱਥੇ ਦੀਆਂ ਗੱਲਾਂ ਉੱਥੇ ਕਰਦੇ ਫਿਰੋ, ਇਹ ਗੀਬਤ ਸ਼ੁਮਾਰ ਕੀਤੀ ਜਾਏਗੀ। ਅਮਾਨਤਾਂ ਰੱਖਣਾ, ਅਮਾਨਤਦਾਰ ਹੋਣਾ ਇੱਕ ਬਹੁਤ ਬੜੀ ਰਵਾਇਤ ਸਾਡੇ ਬੜੇ ਬੜੇ ਕਬੀਲਿਆਂ ਦੇ ਹਲੇ ਵੀ ਚੱਲਦੀ ਹੈ ਵੀ ਅਗਰ ਕੋਈ ਇਨਸਾਨ ਕਿਸੇ ਨੂੰ ਦੁੱਖ ਤਕਲੀਫ ਜਾਂ ਪਰੇਸ਼ਾਨੀ ਜਾਂ ਉਹਦੇ ਪਿੱਛੇ ਕੋਈ ਚੋਰ ਉਚੱਕੇ ਡਾਕੂ ਵਡੇਰੇ ਕੋਈ ਲੱਗ ਜਾਂਦੇ ਨੇ ਤੇ ਉਹ ਕਿਸੇ ਦੂਸਰੇ ਕਬੀਲੇ ਵਾਲੇ ਦੇ ਕੋਲ ਜਾਂਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਮੈਨੂੰ ਤੂੰ ਆਪਣੀ ਅਮਾਨ ਵਿੱਚ ਲੈ ਲੈ। ਦੋਸਤੋ, ਉਹ ਬੰਦਾ ਉਹਨੂੰ ਆਪਣੀ ਅਮਾਨ ਵਿੱਚ ਲੈ ਲੈਂਦਾ ਹੈ, ਫਿਰ ਉਹਦੀ ਖਾਤਰ ਉਹਨੂੰ ਜੰਗ ਲੜਨੀ ਪਵੇ, ਉਹਨੂੰ ਲੜਾਈ ਕਰਨੀ ਪਵੇ, ਉਹਨੂੰ ਜੋ ਕਰਨਾ ਪਵੇ ਉਹ ਕਰਦਾ ਹੈ। ਅਮਾਨਤ ਐਸੀ ਬੜੀ ਚੀਜ਼ ਹੈ। ਹਜ਼ੂਰ ਨਬੀ ਪਾਕ ਸੱਲੱਲਾਹੁ अलैहि वसल्लम ਦੇ ਦੁਸ਼ਮਨਾਨ ਜਿਹੜੇ ਕੁਫਾਰ ਸਨ ਉਹ ਵੀ ਆਪ ਦੇ ਕੋਲ ਆਪਣੀਆਂ ਅਮਾਨਤਾਂ ਰੱਖਦੇ ਸਨ ਔਰ ਅਰਬ ਦੇ ਵਿੱਚ ਆਪ ਸਾਦਿਕ ਅਲ ਅਮੀਨ ਦੇ ਨਾਂ ਤੋਂ ਮਸ਼ਹੂਰ ਸਨ। ਜਿਸ ਰਾਤ ਆਪ ਨੇ ਹਿਜਰਤ ਮਦੀਨਾ ਕਰਨੀ ਸੀ ਉਹ ਲੋਕ ਇਜਤਮਾਈ ਤੌਰ ਤੇ ਇਕੱਠੇ ਹੋ ਕੇ ਆਪਦੇ ਘਰ ਦੇ ਬਾਹਰ ਆ ਗਏ ਔਰ ਉਹ ਆਪ ਨੂੰ ਨੌਜ਼ੁਬਿल्लाह ਮਿਨਹਾ ਉਹ ਆਪ ਨੂੰ ਮਾਰਨਾ ਚਾਹੁੰਦੇ ਸਨ, ਲੇਕਿਨ ਆਪ ਨੇ ਅਮਾਨਤਦਾਰੀ ਦਾ ਖਿਆਲ ਉਸ ਰਾਤ ਵੀ ਇੰਨਾ ਰੱਖਿਆ ਕਿ ਆਪਣੇ ਸਭ ਤੋਂ ਜ਼ਿਆਦਾ ਕਾਬਿਲ ਐਤਮਾਦ ਸ਼ਖਸ ਹਜ਼ਰਤ ਮੌਲਾ ਅਲੀ अलैहिस्सलाम ਨੂੰ ਤਾਇਨਾਤ ਕੀਤਾ ਔਰ ਫਰਮਾਇਆ ਕਿ ਅਲੀ ਮੇਰੇ ਬਿਸਤਰ ਦੇ ਵਿੱਚ ਮੇਰੀ ਚਾਦਰ ਓढ़ ਕੇ ਸੌ ਜਾ ਔਰ ਸੁਬਾਹ ਇਹ ਸਾਰੀਆਂ ਅਮਾਨਤਾਂ ਉਹਨਾਂ ਦੇ ਮਾਲਕਾਂ ਦੇ ਹਵਾਲੇ ਕਰਕੇ ਤੁਸੀਂ ਮਦੀਨੇ ਪਹੁੰਚ ਜਾਣਾ। ਦੋਸਤੋ, ਅਗਰ ਕੋਈ ਹੋਰ ਸ਼ਖਸ ਹੁੰਦਾ
ਤੇ ਉਹ ਉੱਥੇ ਅਮਾਨਤਾਂ ਨੂੰ ਉਹਨਾਂ ਦੇ ਮਾਲਕਾਂ ਦੇ ਖਿਲਾਫ ਇਸਤੇਮਾਲ ਕਰ ਸਕਦਾ ਸੀ। ਲੇਕਿਨ ਮੇਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਇਹ ਦੱਸ ਦਿੱਤਾ ਕਿ ਅਮਾਨਤ ਏਡੀ ਬੜੀ ਚੀਜ਼ ਹੈ ਕਿ ਅਗਰ ਉਹਨੂੰ ਦੇਣ ਵਾਲੇ ਤੁਹਾਡੇ ਮੁਖਾਲਫ ਹੋ ਜਾਣ, ਲੇਕਿਨ ਫਿਰ ਵੀ ਤੁਸੀਂ ਉਹਨਾਂ ਦੀਆਂ ਅਮਾਨਤਾਂ ਦੇ ਵਿੱਚ ਖਿਆਨਤਾਂ ਨਹੀਂ ਕਰਨੀਆਂ, ਤੁਸੀਂ ਉਹਨਾਂ ਨੂੰ ਉਹਨਾਂ ਦੀਆਂ ਅਮਾਨਤਾਂ ਵਾਪਸ ਕਰਨੀਆਂ ਨੇ। ਦੋਸਤੋ, ਸਾਡੇ ਮਾਸ਼ਰੇ ਦੇ ਤਾਮੀਰ ਕਰਨ ਵਾਲੇ, ਸਾਡੇ ਮਾਸ਼ਰੇ ਨੂੰ ਬਣਾਉਣ ਵਾਲੇ ਸਾਡੇ ਸੂਫੀਆ, ਔਲੀਆ, ਅੰਬੀਆ ਔਰ ਅੱਲਾਹ ਰੱਬੁਲ ਇੱਜ਼ਤ ਦਾ ਮਾਸ਼ਰਾ, ਅੱਲਾਹ ਰੱਬੁਲ ਇੱਜ਼ਤ ਸਾਡਾ ਖਾਲਕ ਹੈ ਤੇ ਔਰ ਤਮਾਮ ਖਲਕ ਜਿਹੜੀ ਹੁੰਦੀ ਹੈ ਉਹਦੇ ਬਾਰੇ ਕਿਹਾ ਜਾਂਦਾ ਹੈ ਕਿ ਅਲ ਖਲਕੂ ਅਯਾਲ ਅੱਲਾਹ, ਤੇ ਅੱਲਾਹ ਦਾ ਕੁਰਬਾ ਹੁੰਦੀ ਹੈ। ਤੇ ਦੋਸਤੋ, ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਮਾਸ਼ਰੇ ਦੀ ਇਸ ਕਦਰ ਦਾ ਇਹਤਰਾਮ ਕਰੀਏ ਔਰ ਆਪਣੇ ਬੱਚਿਆਂ ਨੂੰ, ਆਪਣੇ ਘਰ ਦੇ ਅਫਰਾਦ ਨੂੰ ਇਹ ਦਰਸ ਦਈਏ ਕਿ ਅਗਰ ਕੋਈ ਬੰਦਾ, ਅਗਰ ਕੋਈ ਸ਼ਖਸ, ਅਗਰ ਕੋਈ ਦੋਸਤ ਅਹਬਾਬ, ਕੋਈ ਮਹੱਲੇਦਾਰ, ਕੋਈ ਕਲਾਸ ਫੈਲੋ, ਕੋਈ ਮੁਸਾਫਰ ਤੁਹਾਡੇ ਕੋਲ ਕੋਈ ਅਮਾਨਤ ਰੱਖੇ ਤੇ ਤੁਸੀਂ ਉਸ ਅਮਾਨਤ ਦਾ ਖਿਆਲ ਰੱਖਣਾ ਹੈ। ਇੱਕ ਗੱਲ ਹੋਰ ਕਿ ਜਦੋਂ ਤੁਹਾਨੂੰ ਕੋਈ ਬੰਦਾ ਅਮਾਨਤ ਦੇਵੇ, ਅਸੀਂ ਜਿਸ ਦੌਰ 'ਚੋਂ ਗੁਜ਼ਰਦੇ ਪਏ ਹੈਗੇ ਹਾਂ, ਸਾਨੂੰ ਉਸ ਅਮਾਨਤ ਦੀ ਤਹਿਕੀਕ ਕਰ ਲੈਣੀ ਚਾਹੀਦੀ ਹੈ ਕਿ ਆਇਆ ਉਹ ਅਮਾਨਤ ਵਿੱਚ ਉਹਦੇ ਸਾਹਮਣੇ ਖੋਲ੍ਹ ਕੇ ਉਹਦੀ ਅਮਾਨਤ ਦੀ ਤਫਸੀਲ ਵੇਖੋ, ਤਾਂ ਕਿ ਬਾਅਦ ਦੇ ਤੁਹਾਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ। ਦੋਸਤੋ, ਅੱਜ ਦੀ ਇਸ ਗੱਲ ਨਾਲ ਇਜਾਜ਼ਤ ਚਾਹਾਂਗੇ, ਇਸ ਉਮੀਦ ਨਾਲ ਕਿ ਤੁਸੀਂ ਸਾਡੀਆਂ ਗੱਲਾਂ ਸੁਣਦੇ ਵੇਖਦੇ ਰਹੋਗੇ, ਇਹ 'ਤੇ ਅਮਲ ਕਰਦੇ ਰਹੋਗੇ। ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ, ਕਮੈਂਟਸ ਵੀ ਦੇਣਾ ਤੇ ਸਾਨੂੰ ਉਹਨਾਂ ਮਾਸ਼ਰੇ ਦੀਆਂ ਕਦਰਾਂ ਬਾਰੇ ਵੀ ਦੱਸਣਾ ਜਿਹੜੀਆਂ ਸਾਡੇ ਜ਼ਿਹਨ 'ਚ ਨਹੀਂ ਆਈਆਂ। ਅਸੀਂ ਇਨਸ਼ਾਅੱਲਾ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਬਾਰੇ ਗੱਲ ਕਰਾਂਗੇ, ਆਪਣੇ ਉਸ ਬੰਦੇ ਦਾ, ਸਾਥੀ ਦਾ ਨਾਂ ਲੈ ਕੇ। ਉਦੋਂ ਤੱਕ ਇਜਾਜ਼ਤ ਦਿਓ। ਰਮਜ਼ਾਨ ਜੱਟ ਤੇ ਤੁਹਾਡਾ ਅੱਲਾ ਵੇਲੇ।